ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਤੇ। ਦੋਸਤੋ ਫਾਰਸੀ ਦੀ ਇੱਕ ਕਹਾਵਤ ਹੈ ਕਿ ਜਿਹੜਾ ਕਿਤਾਬ ਉਧਾਰ ਦੇਵੇ ਉਸ ਦਾ ਇੱਕ ਹੱਥ ਵੱਢ ਦੇਣਾ ਚਾਹੀਦਾ ਹੈ, ਜਿਹੜਾ ਇਸ ਨੂੰ ਵਾਪਸ ਕਰ ਦੇਵੇ ਉਸ ਦੇ ਦੋਵੇਂ ਹੱਥ ਵੱਢ ਦੇਣੇ ਚਾਹੀਦੇ ਹਨ। ਸੋ ਕਿਤਾਬਾਂ ਨੂੰ ਲੈ ਕੇ ਵਰਲਡ ਦੀਆਂ ਬਹੁਤ ਹੀ ਫੇਮਸ ਕਹਾਵਤਾਂ ਜਿਨ੍ਹਾਂ ਦਾ ਜ਼ਿਕਰ ਆਪਾਂ ਇਸ ਵੀਡੀਓ ਦੇ ਐਂਡ ਵਿੱਚ ਕਰਾਂਗੇ। ਸੋ ਕਹਾਵਤਾਂ ਵੀ ਬਹੁਤ ਸੋਹਣੀਆਂ ਹਨ ਜਿਹੜੀਆਂ ਕਿ ਐਂਡ ਵਿੱਚ ਹਨ। ਵੀਡੀਓ ਨੂੰ ਸਾਰਾ ਜ਼ਰੂਰ ਦੇਖਣਾ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ। ਕਿਤਾਬ ਰੌਸ਼ਨੀਆਂ, ਲੇਖਕ ਨਰਿੰਦਰ ਸਿੰਘ ਕਪੂਰ, ਲੇਖ ਦਾ ਨਾਮ ਕਿਤਾਬਾਂ ਦੀ ਲੋਪ ਹੋ ਰਹੀ ਰੁਚੀ। ਕੀ ਕਿਤਾਬਾਂ ਪੜ੍ਹਨ ਨਾਲ ਬੁੱਧੀ ਦਾ ਵਿਕਾਸ ਵਾਪਰਦਾ ਹੈ? ਕੀ ਕਿਤਾਬਾਂ ਪੜ੍ਹਨ ਦੇ ਮਹੱਤਵ ਨੂੰ ਵਧਾ ਚੜ੍ਹਾ ਕੇ ਨਹੀਂ ਵੇਖਿਆ ਜਾਂਦਾ ਰਿਹਾ? ਹੁਣ ਕਿਉਂਕਿ ਕਈ ਕਾਰਨਾਂ ਕਰਕੇ ਕਿਤਾਬਾਂ ਪੜ੍ਹਨ ਦੀ ਆਦਤ ਲਗਭਗ ਲੋਪ ਹੁੰਦੀ ਜਾ ਰਹੀ ਹੈ, ਇਸ ਲਈ ਪੁੱਛਿਆ ਜਾਣ ਲੱਗ ਪਿਆ ਹੈ ਕਿ ਕਿਤਾਬਾਂ ਪੜ੍ਹਨ ਦੀ ਕੀ ਲੋੜ ਹੈ। ਕਿਤਾਬਾਂ ਪੜ੍ਹਨ ਦੀ ਪ੍ਰਸ਼ੰਸਾ ਸ਼ਾਇਦ ਇਸੇ ਕਰਕੇ ਹੁੰਦੀ ਆਈ ਹੈ ਕਿ ਗਿਆਨ ਪ੍ਰਾਪਤ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਸਭ ਤੋਂ ਵਧੇਰੇ ਪ੍ਰਚਲਿਤ ਢੰਗ ਰਿਹਾ ਹੈ। ਹੁਣ ਇਹ ਸੰਦੇਹ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤਾਬਾਂ ਪੜ੍ਹਨ ਨਾਲ ਗਿਆਨ ਵੱਧਦਾ ਹੈ ਕਿ ਕੇਵਲ ਸੂਚਨਾ ਹੀ ਵੱਧਦੀ ਹੈ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਕਿਤਾਬਾਂ ਪੜ੍ਹਨ ਨਾਲ ਨਾ ਸੂਚਨਾ ਵੱਧਦੀ ਹੈ ਨਾ ਗਿਆਨ ਵੱਧਦਾ ਹੈ। ਕਿਤਾਬਾਂ ਸੰਬੰਧੀ ਪੁੱਛਣ ਵਾਂਗ ਹੀ ਪੁੱਛਿਆ ਜਾਂਦਾ ਹੈ ਕਿ ਕੀ ਟੈਲੀਵਿਜ਼ਨ ਵੇਖਣਾ ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ? ਕੀ ਫਿਲਮਾਂ ਸਾਡਾ ਗਿਆਨ ਵਧਾਉਂਦੀਆਂ ਹਨ ਕਿ ਕੇਵਲ ਮਨੋਰੰਜਨ ਕਰਦੀਆਂ ਹਨ? ਪਿੱਛੇ ਜਿਹੇ ਇੱਕ ਥਾਂ ਕਿਤਾਬਾਂ ਪੜ੍ਹਨ ਦੀ ਗੱਲ ਚੱਲ ਰਹੀ ਸੀ ਅਤੇ ਜਾਣ ਕੇ ਹੈਰਾਨੀ ਹੋਈ ਕਿ ਉੱਥੇ ਹਾਜ਼ਰ ਪੁਰਸ਼ਾਂ ਇਸਤਰੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਤਾਂ ਸੀ ਅਤੇ ਦਿਲਚਸਪੀ ਵੀ ਸੀ, ਪਰ ਪਿਛਲੇ 1 ਸਾਲ ਦੌਰਾਨ ਕਿਸੇ ਨੇ ਕੋਈ ਕਿਤਾਬ ਨਹੀਂ ਸੀ ਪੜ੍ਹੀ। ਉੱਥੇ ਕੁਝ ਅਧਿਆਪਕ ਵੀ ਸਨ, ਉਹਨਾਂ ਨੂੰ ਵੀ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਸੀ। ਇੱਕ ਨੇ ਕਿਹਾ ਕਿ ਉਹ ਜਦੋਂ ਕਿਤਾਬ ਪੜ੍ਹਨ ਲੱਗਦਾ ਹੈ ਤਾਂ ਉਸ ਨੂੰ ਨੀਂਦਰ ਆ ਜਾਂਦੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੋਰਸ ਮੁਕੰਮਲ ਕਰ ਜਾਂਦੇ ਹਨ, ਡਿਗਰੀ ਵੀ ਲੈ ਜਾਂਦੇ ਹਨ, ਪਰ ਉਹਨਾਂ ਨੇ ਵਾਸਤਵ ਵਿੱਚ ਪੜ੍ਹਿਆ ਕੁਝ ਨਹੀਂ ਹੁੰਦਾ। ਪੜ੍ਹਨਾ ਵਿਦਿਆਰਥੀਆਂ ਦਾ ਇੱਕ ਮਾਤਰ ਕੰਮ ਹੁੰਦਾ ਹੈ, ਪਰ ਉਹ ਆਪਣੇ ਕੋਰਸ ਦੌਰਾਨ ਹਰ ਰੋਜ਼ ਔਸਤ 1 ਪੈਰਾ ਵੀ ਨਹੀਂ ਪੜ੍ਹਦੇ ਕਿਉਂਕਿ ਰੁਝੇਵੇਂ ਹੀ ਇਤਨੇ ਵੱਧ ਗਏ ਹਨ ਕਿ ਪੜ੍ਹਨ ਲਈ ਵਕਤ ਹੀ ਨਹੀਂ ਮਿਲਦਾ। ਪੜ੍ਹਨ ਦੀ ਆਦਤ ਨਹੀਂ ਰਹੀ, ਲਿਖਣ ਵਿੱਚ ਕੋਈ ਦਿਲਚਸਪੀ ਹੀ ਨਹੀਂ ਲੈ ਰਿਹਾ। ਤੁਸੀਂ ਆਪ ਸੋਚੋ ਕਿ ਪਿਛਲੀ ਚਿੱਠੀ ਤੁਸੀਂ ਕਿਸ ਨੂੰ ਕਦੋਂ ਲਿਖੀ ਸੀ? ਹੁਣ ਪੜ੍ਹਨ ਦੀ ਹੀ ਨਹੀਂ, ਕੁਝ ਲਿਖਣ ਦੀ ਵੀ ਆਦਤ ਨਹੀਂ ਰਹੀ। ਹੁਣ ਤਾਂ ਪੜ੍ਹੇ ਲਿਖੇ ਲੋਕਾਂ ਕੋਲ ਵੀ ਕਲਮ ਨਹੀਂ ਹੁੰਦੀ। ਵੇਖਣ ਵਿੱਚ ਆਇਆ ਹੈ ਕਿ ਪੰਜਾਬੀਆਂ ਦੇ ਘਰਾਂ ਵਿੱਚ ਹੋਰ ਸਭ ਕੁਝ ਹੁੰਦਾ ਹੈ ਪਰ ਕਿਤਾਬਾਂ ਨਹੀਂ ਹੁੰਦੀਆਂ। ਇਹਨਾਂ ਕਾਰਨਾਂ ਕਰਕੇ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਕਿਤਾਬਾਂ ਪੜ੍ਹਨ ਦੀ ਆਦਤ ਅਤੇ ਮਹੱਤਵ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਰਿਹਾ ਹੈ। ਲੱਗਦਾ ਹੈ ਕਿ ਜੀਵਨ ਵਿੱਚ ਕੁਝ ਨਵਾਂ ਵੇਖਣ, ਸੁਣਨ, ਜਾਣਨ ਦੀ ਇੱਛਾ ਤਾਂ ਵੱਧ ਗਈ ਹੈ, ਪਰ ਕੁਝ ਨਵਾਂ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ ਅਤੇ ਸਮਾਜ ਦੇ ਕਈ ਵਰਗਾਂ ਵਿੱਚ ਮੁੱਕ ਹੀ ਗਿਆ ਹੈ। ਪਰ ਕੁਝ ਨਵਾਂ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ ਅਤੇ ਸਮਾਜ ਦੇ ਕਈ ਵਰਗਾਂ ਵਿੱਚ ਮੁੱਕ ਹੀ ਗਿਆ ਹੈ। ਜਦੋਂ ਕਿਤਾਬਾਂ ਪੜ੍ਹਨ ਦੇ ਲਾਭ ਵਿਚਾਰੇ ਜਾ ਰਹੇ ਸਨ ਤਾਂ ਬਹੁਤੇ ਚੁੱਪ ਹੀ ਰਹੇ, ਕੁਝ ਹੈਰਾਨ ਹੋ ਕੇ ਸੁਣ ਰਹੇ ਸਨ ਅਤੇ ਜਾਣਨ ਦਾ ਯਤਨ ਕਰ ਰਹੇ ਸਨ ਕਿ ਸਾਰੇ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਸਨ। ਬਹੁਤਿਆਂ ਨੂੰ ਗੱਲਬਾਤ ਦਾ ਪਿਛੋਕੜ ਅਤੇ ਸੰਦਰਭ ਸਮਝ ਨਹੀਂ ਸੀ ਪੈ ਰਿਹਾ। ਬਦਲੀ ਹੋਈ ਸਥਿਤੀ ਬਾਰੇ ਇੱਕ ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਦੇ ਗੁਜ਼ਰਨ ਉਪਰੰਤ ਕਾਲਜ ਵਿੱਚ ਪੜ੍ਹਾਉਣ ਤੋਂ ਸੇਵਾ ਮੁਕਤ ਹੋਏ ਪਿਤਾ ਜੀ ਨੂੰ ਕਿਤਾਬਾਂ ਪੜ੍ਹਨ ਅਤੇ ਖਰੀਦਣ ਦੇ ਸ਼ੌਂਕ ਕਾਰਨ ਉਹਨਾਂ ਦੇ ਕਮਰੇ ਵਿੱਚ ਕਿਤਾਬਾਂ ਹੀ ਕਿਤਾਬਾਂ ਸਨ। ਉਹਨਾਂ ਦੇ ਅਕਾਲ ਚਲਾਣੇ ਉਪਰੰਤ ਅਸੀਂ ਉਹਨਾਂ ਦੀਆਂ ਕਿਤਾਬਾਂ ਕਿਸੇ ਲਾਇਬ੍ਰੇਰੀ ਨੂੰ ਦੇਣ ਬਾਰੇ ਸੋਚਿਆ। 3 ਲਾਇਬ੍ਰੇਰੀਆਂ ਨੂੰ ਪੁੱਛਿਆ, ਪਰ ਕਿਸੇ ਲਾਇਬ੍ਰੇਰੀ ਨੇ ਪਾਠਕਾਂ ਦੀ ਘਾਟ ਕਾਰਨ ਕਿਤਾਬਾਂ ਲੈਣ ਦੀ ਹਾਮੀ ਨਾ ਭਰੀ। ਇੱਕ ਲਾਇਬ੍ਰੇਰੀਅਨ ਨੇ ਦੱਸਿਆ ਕਿ ਉਹਨਾਂ ਕੋਲ ਹੋਰ ਕਿਤਾਬਾਂ ਲਈ ਥਾਂ ਹੀ ਨਹੀਂ ਸੀ। ਇੱਕ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ ਨੇ ਕਿਹਾ ਕਿ ਕਿਤਾਬਾਂ ਰੱਖਣ ਲਈ ਲੋਹੇ ਦੀਆਂ ਅਲਮਾਰੀਆਂ ਵੀ ਨਾਲ ਦੇਣੀਆਂ ਪੈਣਗੀਆਂ। ਪੁੱਤਰ ਨੇ ਦੱਸਿਆ ਕਿ ਉਂਝ ਤਾਂ ਭਾਵੇਂ ਕਿਤਾਬਾਂ ਪਿਤਾ ਜੀ ਦੇ ਕਮਰੇ ਵਿੱਚ ਹੀ ਪਈਆਂ ਰਹਿੰਦੀਆਂ, ਪਰ ਵਿਦੇਸ਼ ਰਹਿੰਦੇ ਅਸੀਂ ਦੋਵਾਂ ਭਰਾਵਾਂ ਨੇ ਜਦੋਂ ਮੁਹੱਲੇ ਵਿਚਲਾ ਉਹਨਾਂ ਦਾ ਮਕਾਨ ਵੇਚਣ ਦਾ ਫੈਸਲਾ ਕੀਤਾ ਤਾਂ ਇੱਕ ਦਲਾਲ ਨੇ ਮਕਾਨ ਵੇਖ ਕੇ ਇਹ ਕਿਹਾ ਕਿ ਇਸ ਮਕਾਨ ਦਾ ਕੀ ਮਿਲਣਾ ਹੈ। ਇਸ ਵਿੱਚ 2 ਵੱਡੇ ਨੁਕਸ ਹਨ। ਪਹਿਲਾ, ਮਕਾਨ ਦਾ ਫਰਸ਼ ਪੱਥਰ ਦੀ ਥਾਂ ਚਿਪਸ ਦਾ ਹੈ ਅਤੇ ਦੂਜਾ ਨੁਕਸ, ਕੰਧਾਂ ਵਿੱਚ ਬਣੀਆਂ ਕਿਤਾਬਾਂ ਦੀਆਂ ਸ਼ੈਲਫਾਂ ਹਨ। ਲੰਮਾ ਅਰਸਾ ਮਨੁੱਖ ਦਾ ਵਿਸ਼ਵਾਸ ਰਿਹਾ ਹੈ ਕਿ ਕਿਤਾਬਾਂ ਤੋਂ ਗਿਆਨ ਮਿਲਦਾ ਹੈ ਅਤੇ ਕਿਤਾਬਾਂ ਸਾਨੂੰ ਸਿਆਣਾ, ਚਰਿੱਤਰਵਾਨ, ਸੁਹਿਰਦ, ਅਨੁਭਵੀ, ਸੋਹਜਵਾਦੀ, ਇਮਾਨਦਾਰ ਅਤੇ ਇਨਸਾਨੀ ਗੁਣਾਂ ਦਾ ਧਾਰਨੀ ਬਣਾਉਂਦੀਆਂ ਹਨ। ਇਹ ਵੀ ਸਮਝਿਆ ਜਾਂਦਾ ਰਿਹਾ ਹੈ ਕਿ ਕਿਤਾਬਾਂ ਪੜ੍ਹਦੇ ਹੀ ਸਿਆਣੇ ਅਤੇ ਸੂਝਵਾਨ ਹਨ ਅਤੇ ਬੁੱਧੀ ਦੇ ਵਿਕਾਸ ਲਈ ਪੜ੍ਹਨ ਤੋਂ ਵਧੇਰੇ ਉਪਯੋਗੀ ਅਤੇ ਚੰਗੇਰਾ ਢੰਗ ਹੋਰ ਕੋਈ ਨਹੀਂ ਹੈ। ਧਰਮ ਵੀ ਗ੍ਰੰਥਾਂ ਅਤੇ ਪੋਥੀਆਂ ਨੂੰ ਪੜ੍ਹਨ ਦੀ ਪ੍ਰੇਰਨਾ ਦਿੰਦੇ ਰਹੇ ਹਨ।
ਈਸਾਈ ਜਗਤ ਵਿੱਚ ਤਾਂ ਗਿਰਜੇ ਹੀ ਯੂਨੀਵਰਸਿਟੀਆਂ, ਕਾਲਜ ਅਤੇ ਸਕੂਲ ਬਣ ਗਏ ਹਨ ਅਤੇ ਪੜ੍ਹਨ ਦਾ ਮਹੱਤਵ ਇਸ ਲਈ ਵੀ ਸੀ ਕਿ ਲੋਕ ਪੜ੍ਹ ਲਿਖ ਕੇ ਬਾਈਬਲ ਪੜ੍ਹਨਗੇ। ਇਹ ਵਿਸ਼ਵਾਸ ਵੀ ਰਿਹਾ ਹੈ ਕਿ ਮਨੁੱਖੀ ਦਿਮਾਗ ਅਜੋਕੀ ਪੱਧਰ ਨੂੰ ਕਿਤਾਬਾਂ ਪੜ੍ਹਨ ਨਾਲ ਅਪੜਿਆ ਹੈ ਅਤੇ ਇਹ ਵਿਕਾਸ ਪਿਛਲੀਆਂ ਲਗਭਗ 100 ਸਦੀਆਂ ਦੌਰਾਨ ਵਾਪਰਿਆ ਹੈ। ਵਿਦਵਾਨ ਉਸ ਨੂੰ ਕਿਹਾ ਜਾਂਦਾ ਰਿਹਾ ਹੈ ਜਿਹੜਾ ਕਿਤਾਬਾਂ ਪੜ੍ਹਦਾ ਹੈ, ਲਿਖਦਾ ਹੈ ਤੇ ਪੜ੍ਹਾਉਂਦਾ ਵੀ ਹੈ। ਅਕਲ ਅਤੇ ਗਿਆਨ ਵਿੱਚ ਅੰਤਰ ਹੁੰਦਾ ਹੈ। ਅਕਲ ਤਾਂ 5 ਗਿਆਨ ਇੰਦਰੀਆਂ ਦੀ ਵਰਤੋਂ ਤੋਂ ਪ੍ਰਾਪਤ ਹੁੰਦੀ ਹੈ, ਜਦੋਂ ਕਿ ਗਿਆਨ ਅਧਿਆਪਕਾਂ ਅਤੇ ਪੁਸਤਕਾਂ ਰਾਹੀਂ ਪ੍ਰਾਪਤ ਹੁੰਦਾ ਹੈ, ਜਿਸ ਲਈ ਸਕੂਲ ਕਾਲਜ ਜਾਣਾ ਪੈਂਦਾ ਹੈ। ਅਨਪੜ੍ਹ ਵਿਅਕਤੀਆਂ ਕੋਲ ਗਿਆਨ ਭਾਵੇਂ ਨਹੀਂ ਹੁੰਦਾ, ਪਰ ਅਕਲ ਹੁੰਦੀ ਹੈ ਅਤੇ ਉਹ ਅਕਲ ਨਾਲ ਸੰਸਾਰ ਵਿੱਚ ਬੜੀ ਸਫਲਤਾ ਨਾਲ ਵਿਚਰਦੇ ਹਨ। ਕਈ ਅਨਪੜ੍ਹ ਇਸਤਰੀਆਂ ਆਪਣੀ ਅਕਲ ਕਾਰਨ ਆਪਣੇ ਵਿਦਵਾਨ ਪਤੀਆਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹੀਆਂ ਹਨ। ਨਿਰਸੰਦੇਹ ਕਿਤਾਬਾਂ ਦੇ ਮਹੱਤਵ ਸੰਬੰਧੀ ਕੋਈ ਵਿਵਾਦ ਨਹੀਂ। ਅਨਪੜ੍ਹ ਲੋਕ ਵੀ ਕਿਤਾਬਾਂ ਪੜ੍ਹਨ ਦਾ ਮਹੱਤਵ ਸਮਝਦੇ ਹਨ ਅਤੇ ਇਹਨਾਂ ਨੂੰ ਪੜ੍ਹਨ ਦੀ ਯੋਗਤਾ ਤੋਂ ਵਿਰਵੇ ਹੋਣ ਕਾਰਨ ਸ਼ਰਮਸਾਰ ਮਹਿਸੂਸ ਕਰਦੇ ਹਨ। ਇਹ ਨਿੱਜੀ ਕਿਸਮ ਦਾ ਪਛਤਾਵਾ ਜਾਂ ਘਾਟ ਹੁੰਦੀ ਹੈ, ਪਰ ਜੇ ਇਹਨਾਂ ਨੂੰ ਪੜ੍ਹਨਾ ਸਿਖਾਉਣ ਦਾ ਯਤਨ ਕੀਤਾ ਜਾਵੇ ਤਾਂ ਇਹਨਾਂ ਨੂੰ ਪੜ੍ਹਨਾ ਬੜਾ ਅਕਾਊ ਲੱਗਦਾ ਹੈ ਅਤੇ ਇਹ ਹਰ ਹੀਲੇ ਪੜ੍ਹਨ ਲਿਖਣ ਤੋਂ ਬਚਦੇ ਹਨ। ਇੱਕ ਸਕੂਲ ਵਿੱਚ ਇੱਕ ਸਫਾਈ ਸੇਵਕਾ ਹਾਜ਼ਰੀ ਰਜਿਸਟਰ ਵਿੱਚ ਅੰਗੂਠਾ ਲਗਾਉਂਦੀ ਸੀ, ਜਿਸ ਨੂੰ ਵੇਖ ਕੇ ਮਹਿਕਮੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੜੀ ਅਜੀਬ ਗੱਲ ਹੈ ਕਿ ਸਕੂਲ ਵਿੱਚ 50 ਤੋਂ ਵਧੇਰੇ ਅਧਿਆਪਕ ਹਨ ਅਤੇ ਇਸ ਕਰਮਚਾਰੀ ਨੂੰ ਆਪਣਾ ਨਾਂ ਹੀ ਨਹੀਂ ਲਿਖਣਾ ਸਿਖਾਇਆ ਗਿਆ। ਸਕੂਲ ਦੇ ਇੰਚਾਰਜ ਨੂੰ ਆਦੇਸ਼ ਦਿੱਤਾ ਗਿਆ ਕਿ ਅਗਲੇ ਮਹੀਨੇ ਤੋਂ ਇਹ ਅੰਗੂਠਾ ਨਾ ਲਾਵੇ, ਆਪਣਾ ਨਾਮ ਲਿਖੇ ਅਤੇ ਨਾਮ ਲਿਖਣਾ ਸਿਖਾਉਣ ਦੀ ਜ਼ਿੰਮੇਵਾਰੀ ਸਕੂਲ ਦੇ ਇੰਚਾਰਜ ਨੂੰ ਸੌਂਪੀ ਗਈ। ਭਾਵੇਂ ਉਸ ਸਫਾਈ ਸੇਵਿਕਾ ਦਾ ਨਾਮ ਸੰਖੇਪ ਅਤੇ ਲਿਖਣ ਦੇ ਪੱਖੋਂ ਸੌਖਾ ਸੀ, ਪਰ ਉਹ ਕਲਮ ਫੜਨ ਤੋਂ ਹੀ ਇਨਕਾਰੀ ਸੀ। ਜਦੋਂ ਉਸ ਨੂੰ ਨੌਕਰੀ ਖਤਮ ਹੋ ਜਾਣ ਦਾ ਡਰ ਪਾਇਆ ਗਿਆ ਤਾਂ ਹੀ ਉਹ ਆਪਣਾ ਨਾਮ ਲਿਖਣਾ ਸਿੱਖਣ ਲੱਗੀ। ਹੁਣ ਉਹੀ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ ਜਿਹੜੀਆਂ ਇਮਤਿਹਾਨ ਪਾਸ ਕਰਨ ਲਈ ਜ਼ਰੂਰੀ ਹੁੰਦੀਆਂ ਹਨ। ਮਜਬੂਰੀ ਵਸ ਅਤੇ ਰੁਜ਼ਗਾਰ ਦੀ ਲੋੜ ਲਈ ਪੜ੍ਹਨਾ ਹੋਰ ਗੱਲ ਹੈ, ਆਪਣੀ ਮਰਜ਼ੀ ਅਤੇ ਸ਼ੌਂਕ ਵਜੋਂ ਪੜ੍ਹਨਾ ਬਿਲਕੁਲ ਵੱਖਰੀ ਗੱਲ ਹੈ। ਆਪਣੀ ਮਰਜ਼ੀ ਅਤੇ ਸ਼ੌਂਕ ਵਜੋਂ ਕਿਤਾਬਾਂ ਪੜ੍ਹਨ ਦੀ ਆਦਤ ਲੋਪ ਹੋ ਰਹੀ ਹੈ। ਹੁਣ ਭਾਰੀ ਕਿਤਾਬਾਂ ਅਤੇ ਲੰਮੇ ਲੇਖ ਪੜ੍ਹਨਾ ਕਿਸੇ ਦੀ ਪਸੰਦ ਨਹੀਂ ਰਹੀ। ਹੁਣ ਲਿਖਣ ਵਾਲੇ ਨੂੰ ਪਾਠਕਾਂ ਦੇ ਲਈ ਇਹ ਭੁਲੇਖਾ ਸਿਰਜਣਾ ਪੈਂਦਾ ਹੈ ਕਿ ਤੁਸੀਂ ਜੋ ਪੜ੍ਹ ਰਹੇ ਹੋ ਇਹ ਤੁਹਾਡੇ ਲਾਭ ਲਈ ਹੈ, ਇਹ ਤੁਹਾਡੇ ਸੰਬੰਧੀ ਹੈ ਅਤੇ ਇਸ ਵਿੱਚ ਤੁਹਾਡੀ ਹੀ ਸਮੱਸਿਆ ਵਿਚਾਰੀ ਜਾ ਰਹੀ ਹੈ। ਕਈਆਂ ਦੀ ਪੜ੍ਹਨ ਦੀ ਇੱਛਾ ਹੁੰਦੀ ਹੈ, ਪਰ ਉਹ ਪੜ੍ਹਨ ਲਈ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਪੜ੍ਹਨ ਦੇ ਵਹਿਣ ਵਿੱਚ ਪੈਣ ਲੱਗਿਆਂ ਅੱਧਾ ਘੰਟਾ ਲੱਗਦਾ ਹੈ, ਪਰ ਹੁਣ ਮੁੱਢ ਵਿੱਚ ਹੀ ਅੱਧਾ ਘੰਟਾ ਇਕਾਗਰਚਿਤ ਹੋਣਾ ਸੰਭਵ ਨਹੀਂ ਰਿਹਾ। ਟੈਲੀਵਿਜ਼ਨ 1 ਮਿੰਟ ਵਿੱਚ ਕਈ ਦ੍ਰਿਸ਼ ਵਿਖਾਉਂਦਾ ਹੈ, ਜਿਸ ਕਾਰਨ ਅਜੋਕੀ ਪੀੜ੍ਹੀ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਹੀ ਨਹੀਂ ਹੈ। ਕਈ ਅਖਬਾਰ ਦੀ ਪੂਰੀ ਖਬਰ ਵੀ ਨਹੀਂ ਪੜ੍ਹ ਸਕਦੇ। ਹੁਣ ਵਿਸਥਾਰ ਵਿੱਚ ਗੱਲਬਾਤ ਕਰਨੀ ਸੰਭਵ ਨਹੀਂ ਰਹੀ। ਪੜ੍ਹਨ ਲਈ ਜਿਤਨੀ ਇਕਾਗਰਤਾ ਅਤੇ ਅਡੋਲ ਬੈਠਣ ਦੀ ਲੋੜ ਪੈਂਦੀ ਹੈ, ਉਹ ਮੁੱਕਦੀ ਜਾ ਰਹੀ ਹੈ। ਨਵੀਂ ਪੀੜ੍ਹੀ ਦੇ ਦਿਮਾਗ ਚੁਸਤ ਅਤੇ ਚੰਚਲ ਹਨ, ਜਿਸ ਕਾਰਨ ਧਿਆਨ ਕੇਂਦਰਿਤ ਕਰਨ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਕਲਾਸ ਵਿੱਚ ਜਾਂ ਆਪਣੇ ਕਮਰੇ ਵਿੱਚ ਪੜ੍ਹਦਿਆਂ ਉਹਨਾਂ ਦਾ ਦਿਮਾਗ ਜਗਦਾ ਬੁੱਝਦਾ ਰਹਿੰਦਾ ਹੈ, ਇੱਧਰ ਉੱਧਰ ਘੁੰਮਦਾ ਅਤੇ ਭਟਕਦਾ ਹੈ, ਪਰ ਕੇਂਦਰਿਤ ਨਹੀਂ ਹੁੰਦਾ। ਇਸ ਸਥਿਤੀ ਦਾ ਹੀ ਨਤੀਜਾ ਹੈ ਕਿ ਨਵੀਂ ਪੀੜ੍ਹੀ ਕੋਲ ਡਿਪਲੋਮੇ ਡਿਗਰੀਆਂ ਹਨ, ਪਰ ਰੁਜ਼ਗਾਰ ਲਈ ਲੋੜੀਂਦੀ ਯੋਗਤਾ ਨਹੀਂ ਹੈ। ਹੁਣ ਵਿਦਿਆਰਥੀ ਤਾਂ ਕੀ, ਤੁਸੀਂ ਕਿਸੇ ਅਧਿਆਪਕ ਦੇ ਹੱਥ ਵਿੱਚ ਵੀ ਕਿਤਾਬ ਨਹੀਂ ਵੇਖੋਗੇ। ਅਜੋਕੇ ਮਨੁੱਖ ਕੋਲ ਧਿਆਨ ਕੇਂਦਰਿਤ ਕਰਨ ਵਾਲੀ ਕੋਈ ਜੁਗਤ ਨਹੀਂ, ਜਦੋਂ ਕਿ ਧਿਆਨ ਖਿੰਡਾਉਣ ਦੇ ਯੰਤਰ ਅਤੇ ਸਾਧਨ ਵਧੇਰੇ ਅਤੇ ਬੜੀ ਸ਼ਕਤੀਸ਼ਾਲੀ ਹੋ ਰਹੇ ਹਨ। ਨਿਰਸੰਦੇਹ ਕਿਤਾਬਾਂ ਨੇ ਮਨੁੱਖ ਨੂੰ ਸਭ ਪੱਖੋਂ ਸਮਰੱਥ ਬਣਾਇਆ ਹੈ। ਛਾਪੇਖਾਨੇ ਦੀ ਕਾਢ ਨਾਲ ਕਿਤਾਬਾਂ ਪਤਵੰਤੇ ਵਰਗ ਦੇ ਅਧਿਕਾਰ ਖੇਤਰ ਵਿੱਚੋਂ ਨਿਕਲ ਕੇ ਸਧਾਰਨ ਲੋਕਾਂ ਦੀ ਪਹੁੰਚ ਵਿੱਚ ਆਈਆਂ ਹਨ। ਛਾਪੇਖਾਨੇ ਨੇ ਪ੍ਰਜਾਤੰਤਰ, ਸ਼ਹਿਰੀਕਰਨ, ਵਿਗਿਆਨ ਦੀ ਸਿੱਖਿਆ, ਮੱਧ ਸ਼੍ਰੇਣੀ ਦਾ ਉੱਭਰਨਾ, ਉਦਯੋਗੀਕਰਨ, ਨਵੇਂ ਰੁਜ਼ਗਾਰ, ਆਧੁਨਿਕ ਵਿਸ਼ੇ, ਵਿਗਿਆਨਕ ਸੋਚ ਅਤੇ ਨਵੀਆਂ ਸੰਸਥਾਵਾਂ ਹੀ ਸੰਭਵ ਨਹੀਂ ਬਣਾਈਆਂ, ਮਨੁੱਖ ਦਾ ਕਾਇਆਕਲਪ ਵੀ ਕੀਤਾ ਹੈ ਅਤੇ ਮੱਧਕਾਲ ਦੀ ਥਾਂ ਆਧੁਨਿਕ ਸੰਸਾਰ ਸਥਾਪਿਤ ਕੀਤਾ ਹੈ। ਛਾਪੇਖਾਨੇ ਨੇ ਅਨਪੜ੍ਹਾਂ ਦੀ ਥਾਂ ਪੜ੍ਹਿਆਂ ਦਾ ਯੁੱਗ, ਧਰਮ ਦੀ ਥਾਂ ਵਿਗਿਆਨ ਨੂੰ ਹੀ ਸਥਾਪਿਤ ਨਹੀਂ ਕੀਤਾ। ਉਦਯੋਗਿਕ ਕ੍ਰਾਂਤੀ ਦੇ ਲਾਭ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਲਿਆਂਦੇ ਹਨ। ਪ੍ਰਤੀਤ ਹੁੰਦਾ ਹੈ ਕਿ ਛਾਪੇਖਾਨੇ ਨੇ ਆਪਣੀ ਭੂਮਿਕਾ ਨਿਭਾਉਣ ਉਪਰੰਤ ਕੰਪਿਊਟਰ ਆਧਾਰਿਤ ਸੂਚਨਾ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ। ਹੁਣ ਕਿਤਾਬਾਂ ਛਾਪੇਖਾਨੇ ਨਹੀਂ, ਕੰਪਿਊਟਰ ਰਾਹੀਂ ਉਪਲਬਧ ਹੋਣਗੀਆਂ। ਹੁਣ ਪੜ੍ਹਨ ਪੜ੍ਹਾਉਣ ਦੀ ਵਿਧੀ ਹੀ ਨਹੀਂ ਬਦਲ ਰਹੀ, ਪ੍ਰੀਖਿਆ ਦੀ ਵਿਧੀ ਅਤੇ ਮੁਲਾਂਕਣ ਦੀ ਵਿਧੀ ਵੀ ਬਦਲ ਰਹੀ ਹੈ। ਹੁਣ ਸਿੱਖਿਆ ਵੀ ਕੰਪਿਊਟਰ ਰਾਹੀਂ ਹੋਵੇਗੀ ਅਤੇ ਪ੍ਰੀਖਿਆ ਵੀ ਕੰਪਿਊਟਰ ਰਾਹੀਂ ਹੀ ਲਈ ਜਾਵੇਗੀ।
ਪ੍ਰਤੀਤ ਹੁੰਦਾ ਹੈ ਕਿ ਕਿਤਾਬਾਂ ਪੜ੍ਹਨ ਵਾਲੇ ਅਸੀਂ ਆਖਰੀ ਪੀੜ੍ਹੀ ਹਾਂ। ਨਾ ਕਿਤਾਬਾਂ ਲੋਪ ਹੋਣਗੀਆਂ, ਨਾ ਲੇਖਕ ਜਾਂ ਪਾਠਕ ਲੋਪ ਹੋਣਗੇ, ਪਰ ਗਿਆਨ ਪ੍ਰਾਪਤੀ ਦੇ ਸਾਧਨ, ਵਸੀਲੇ ਅਤੇ ਵਿਧੀਆਂ ਬਦਲ ਜਾਣਗੀਆਂ। ਕਿਤਾਬਾਂ ਪੜ੍ਹਨ ਦੇ ਰੁਝਾਨ ਦੇ ਘਟਣ ਦਾ ਇੱਕ ਕਾਰਨ ਇਹ ਹੈ ਕਿ ਪਹਿਲਾਂ ਅਕਸਰ ਮਨੋਰੰਜਨ ਲਈ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਸਨ, ਪਰ ਹੁਣ ਜੇ ਪੜ੍ਹੀਆਂ ਜਾਣ ਤਾਂ ਉਹ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ ਜਿਹੜੀਆਂ ਕਮਾਈ ਜਾਂ ਕਮਾਉਣ ਦੀ ਸਮਰੱਥਾ ਵਧਾਉਂਦੀਆਂ ਹਨ। ਕਵਿਤਾ ਨੂੰ ਤਾਂ ਕਵੀਆਂ ਨੇ ਆਪ ਹੀ ਮਾਰ ਦਿੱਤਾ ਹੈ, ਕਿਉਂਕਿ ਜੀਵਨ ਜਟਿਲ ਹੋ ਗਿਆ ਹੈ। ਇਸ ਲਈ ਸਿੱਧੀਆਂ ਸਪਾਟ ਇਕਹਿਰੀਆਂ ਰਚਨਾਵਾਂ ਪ੍ਰਵਾਨ ਨਹੀਂ ਹੋਣਗੀਆਂ। ਹੁਣ ਨਾਵਲਾਂ, ਕਹਾਣੀਆਂ ਦੀ ਥਾਂ ਫਿਲਮਾਂ ਅਤੇ ਲੜੀਵਾਰਾਂ ਨੇ ਲੈ ਲਈ ਹੈ। ਫੈਸ਼ਨ ਸ਼ੋਆਂ, ਸੱਭਿਆਚਾਰਕ ਪ੍ਰੋਗਰਾਮਾਂ, ਸਮਾਜਿਕ ਸਮਾਗਮਾਂ, ਖੇਡਾਂ, ਸੈਰ ਸਪਾਟੇ ਅਤੇ ਸਮਾਜਿਕ ਮੀਡੀਆ ਆਦਿ ਨੇ ਵਕਤ ਹੀ ਨਹੀਂ ਛੱਡਿਆ ਕਿ ਕੋਈ ਕਿਤਾਬ ਪੜ੍ਹੀ ਜਾ ਸਕੇ। ਸਮੁੱਚੇ ਰੂਪ ਵਿੱਚ ਹੁਣ ਪੜ੍ਹਨ ਦਾ ਨਹੀਂ, ਵੇਖਣ, ਸੁਣਨ ਅਤੇ ਵਿਖਾਉਣ ਦਾ ਯੁੱਗ ਹੈ, ਜਿਸ ਲਈ ਕਾਰਗਰ ਸੰਦ ਕੈਮਰੇ ਵਾਲਾ ਸਮਾਰਟਫੋਨ ਹੈ, ਜਿਹੜਾ ਸਭ ਪ੍ਰਕਾਰ ਦੀ ਸੂਚਨਾ ਪ੍ਰਦਾਨ ਕਰਨ ਅਤੇ ਅਨੇਕਾਂ ਕਾਰਜ ਕਰਨ ਵਾਲਾ ਯੰਤਰ ਹੈ। ਪਹਿਲਾਂ ਕੇਵਲ ਸ਼ਬਦ ਪੜ੍ਹੇ ਜਾਂਦੇ ਸਨ, ਹੁਣ ਨਾਲ ਤਸਵੀਰਾਂ ਵੀ ਵੇਖੀਆਂ ਜਾਂਦੀਆਂ ਹਨ ਅਤੇ ਆਵਾਜ਼ਾਂ ਅਤੇ ਸੰਗੀਤ ਵੀ ਸੁਣਿਆ ਜਾਂਦਾ ਹੈ। ਜਿਹੜੇ ਹਜ਼ਾਰਾਂ ਲੱਖਾਂ ਲੋਕ ਉਦਯੋਗਾਂ, ਵਪਾਰਕ ਅਦਾਰਿਆਂ, ਰਾਜਨੀਤਿਕ ਪਾਰਟੀਆਂ, ਹਸਪਤਾਲਾਂ, ਹੋਟਲਾਂ, ਫਿਲਮਾਂ ਆਦਿ ਖੇਤਰਾਂ ਵਿੱਚ ਸਫਲ ਅਤੇ ਖੁਸ਼ਹਾਲ ਹਨ, ਉਹਨਾਂ ਵਿੱਚੋਂ ਬਹੁ ਗਿਣਤੀ ਕਿਤਾਬਾਂ ਨਹੀਂ ਪੜ੍ਹਦੇ। ਇਹ ਵੀ ਜ਼ਰੂਰੀ ਨਹੀਂ ਕਿ ਵਧੇਰੇ ਕਿਤਾਬਾਂ ਪੜ੍ਹਨ ਵਾਲੇ ਸਿਆਣੇ ਵੀ ਹੋਣ। ਸਿਆਣੇ ਭਾਵੇਂ ਹੋਣ, ਉਹ ਬਹੁਤੇ ਵਸੀਲਿਆਂ ਵਾਲੇ ਨਹੀਂ ਹੁੰਦੇ। ਕਿਤਾਬਾਂ ਪੜ੍ਹਨਾ ਇੱਕ ਯੋਗਤਾ ਹੈ, ਪਰ ਅਜੋਕੇ ਸੰਸਾਰ ਵਿੱਚ ਸਫਲ ਹੋਣ ਲਈ ਅਨੇਕਾਂ ਯੋਗਤਾਵਾਂ ਦੀ ਲੋੜ ਪੈਂਦੀ ਹੈ। ਕਿਤਾਬ ਲੋੜ ਪੈਣ 'ਤੇ ਹੀ ਪੜ੍ਹੀ ਜਾਣੀ ਚਾਹੀਦੀ ਹੈ। ਹਰ ਵੇਲੇ ਕਿਤਾਬਾਂ ਪੜ੍ਹਨਾ ਮਨੁੱਖ ਨੂੰ ਵਿਹਾਰਿਕ ਅਤੇ ਨਿਪੁੰਨ ਨਹੀਂ ਬਣਾ ਸਕਦਾ। ਹਰ ਖੇਤਰ ਵਿੱਚ ਪਰਿਵਰਤਨ ਵਾਪਰ ਰਿਹਾ ਹੈ ਅਤੇ ਇਹ ਇਤਨੀ ਤੇਜ਼ੀ ਅਤੇ ਜ਼ੋਰਦਾਰ ਢੰਗ ਨਾਲ ਵਾਪਰ ਰਿਹਾ ਹੈ ਕਿ ਇਸ ਨਾਲ ਵਿਸ਼ੇਸ਼ਕ ਵੀ ਇਕਸੁਰ ਹੋਣ ਦੇ ਪੱਖੋਂ ਪਛੜ ਰਹੇ ਹਨ। ਹਰੇਕ ਖੇਤਰ ਵਿਚਲੀ ਵਿਸ਼ੇਸ਼ਕਤਾ ਕਾਰਨ ਸਧਾਰਨ ਪਾਠਕ ਆਪਣੇ ਆਪ ਨੂੰ ਅਨਪੜ੍ਹ ਮਹਿਸੂਸ ਕਰਦਾ ਹੈ। ਹੁਣ ਜਾਦੂ ਨਾਲੋਂ ਵੀ ਵਧੇਰੇ ਹੈਰਾਨ ਕਰਨ ਵਾਲੀਆਂ ਕਾਢਾਂ ਨਿਤ ਦਿਨ ਨਿਕਲ ਰਹੀਆਂ ਹਨ ਅਤੇ ਨਵਾਂ ਉਪਜਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਕਈਆਂ ਲਈ ਕਿਤਾਬ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਦੀ ਥਾਂ ਉਸ ਬਾਰੇ ਫਿਲਮ ਵੇਖਣੀ ਸੌਖੀ ਹੁੰਦੀ ਹੈ, ਕਿਉਂਕਿ ਕੇਵਲ ਪੜ੍ਹਿਆ ਯਾਦ ਨਹੀਂ ਰਹਿੰਦਾ ਅਤੇ ਪੜ੍ਹ ਕੇ ਮਹੱਤਵਪੂਰਨ ਤੱਥਾਂ ਨੂੰ ਲਿਖਣ ਦੀ ਆਦਤ ਨਹੀਂ ਰਹੀ। ਹਰ ਕਿਸੇ ਦਾ ਜਾਣਨ ਸਮਝਣ ਦਾ ਢੰਗ ਵੱਖਰਾ ਹੁੰਦਾ ਹੈ। ਕਈ ਕਾਰਟੂਨ ਅਤੇ ਤਸਵੀਰਾਂ ਵੇਖਦੇ ਮਾਣਦੇ ਹਨ, ਪਰ ਹਿੰਸਿਆਂ ਵਾਲੀਆਂ ਗੱਲਾਂ ਉਹਨਾਂ ਨੂੰ ਅਕਾਉਂਦੀਆਂ ਹਨ। ਇਸਤਰੀਆਂ ਦੀ ਫੈਸ਼ਨ ਵਿੱਚ ਦਿਲਚਸਪੀ ਹੁੰਦੀ ਹੈ, ਪਰ ਉਹਨਾਂ ਨੂੰ ਇਤਿਹਾਸ ਪੜ੍ਹਨਾ ਜਾਂ ਨਕਸ਼ਾ ਸਮਝਣਾ ਅਕਾਊ ਲੱਗਦਾ ਹੈ। ਵੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਹਨਾਂ ਦੀ ਪਹਿਲੇ 1-2 ਪੰਨਿਆਂ ਵਿੱਚ ਹੀ ਦਿਲਚਸਪੀ ਮੁੱਕ ਜਾਂਦੀ ਹੈ। ਕਈ ਲੋਕ ਉਂਝ ਸਿਆਣੇ, ਚੁਸਤ ਅਤੇ ਦਿਲਚਸਪ ਹੁੰਦੇ ਹਨ, ਪਰ ਕਿਤਾਬਾਂ ਵਿੱਚ ਇਹਨਾਂ ਦੀ ਦਿਲਚਸਪੀ ਨਹੀਂ ਹੁੰਦੀ। ਪੜ੍ਹਨਾ ਅਤੇ ਲਿਖਣਾ ਮਿਲਦੇ ਜੁਲਦੇ ਕਾਰਜ ਹਨ। ਸੰਪਾਦਕਾਂ, ਪੱਤਰਕਾਰਾਂ ਨੂੰ ਲਿਖਣਾ ਵਧੇਰੇ ਪੈਂਦਾ ਹੈ। ਪ੍ਰੋਫੈਸਰ ਪੜ੍ਹਦੇ ਬੋਲਦੇ ਵਧੇਰੇ ਹਨ, ਕੁਝ ਲਿਖਦੇ ਵੀ ਹਨ। ਹੁਣ ਕਿਤਾਬਾਂ ਪੜ੍ਹਨ ਦੀ ਰੁਚੀ ਦੇ ਘਟਣ ਦਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਇਹਨਾਂ ਨੂੰ ਲਿਖਣ ਦਾ ਕਾਰਜ ਅਕਸਰ ਪ੍ਰੋਫੈਸਰ ਹੀ ਕਰਦੇ ਹਨ, ਜਿਨ੍ਹਾਂ ਦੀ ਸ਼ਬਦਾਵਲੀ ਅਤੇ ਵਿਆਖਿਆ ਆਮ ਸਧਾਰਨ ਪਾਠਕਾਂ ਨੂੰ ਸਮਝ ਨਹੀਂ ਪੈਂਦੀ। ਇੱਕ ਕਾਰਨ ਇਹ ਵੀ ਹੈ ਕਿ ਜੇ 10-12 ਪੁਸਤਕਾਂ ਪੜ੍ਹੀਏ ਤਾਂ ਕੋਈ ਇੱਕ ਸਾਂਭਣ ਅਤੇ ਦੁਬਾਰਾ ਪੜ੍ਹਨ ਯੋਗ ਪ੍ਰਤੀਤ ਹੁੰਦੀ ਹੈ। ਪਾਠਕਾਂ ਦੇ ਘਟਣ ਕਰਕੇ ਕਿਤਾਬਾਂ ਦੀ ਛਪਣ ਗਿਣਤੀ ਘਟ ਰਹੀ ਹੈ, ਜਿਸ ਕਾਰਨ ਕਿਤਾਬਾਂ ਮਹਿੰਗੀਆਂ ਹੋ ਗਈਆਂ ਹਨ। ਹੁਣ ਬਹੁਤੇ ਘਰਾਂ ਵਿੱਚ ਆਉਣ ਵਾਲੀ ਅਖਬਾਰ ਹੀ ਪਰਿਵਾਰ ਦੇ ਜੀਆਂ ਦੇ ਸੁਹਜ ਸਵਾਦ ਦੀ ਪੂਰਤੀ ਕਰ ਦਿੰਦੀ ਹੈ। ਹੁਣ ਕਿਤਾਬਾਂ ਵਾਂਗ ਅਖਬਾਰ ਪੜ੍ਹਨ ਦੀ ਵੀ ਰੁਚੀ ਘਟੀ ਹੈ। ਬਹੁਤੇ ਲੋਕ ਅਖਬਾਰ ਉੱਤੇ ਨਜ਼ਰ ਹੀ ਫੇਰਦੇ ਹਨ। ਹਾਦਸਿਆਂ, ਕਤਲਾਂ, ਜੁਰਮਾਂ ਅਤੇ ਬਲਾਤਕਾਰਾਂ ਦੀਆਂ ਖਬਰਾਂ ਦੀ ਭਰਮਾਰ ਵੇਖ ਕੇ ਦਿਲ ਕਰਦਾ ਹੈ ਕਾਸ਼ ਮੈਂ ਅਨਪੜ੍ਹ ਹੀ ਹੁੰਦਾ। ਪੜ੍ਹਨ ਦਾ ਸੰਕਟ ਬੜਾ ਵਿਆਪਕ ਹੈ। ਫੋਟੋਕਾਪੀ ਕੀਤੀ ਕੋਈ ਚੀਜ਼ ਇਸ ਲਈ ਨਹੀਂ ਪੜ੍ਹੀ ਜਾਂਦੀ ਕਿਉਂਕਿ ਇਹ ਅੱਖਾਂ ਨੂੰ ਥਕਾ ਦਿੰਦੀ ਹੈ। ਅਜੋਕੀ ਨਵੀਂ ਪੀੜ੍ਹੀ ਪੜ੍ਹਨ ਦੇ ਪੱਖੋਂ ਹੀ ਨਹੀਂ, ਸੋਚਣ ਦੇ ਪੱਖੋਂ ਵੀ ਅਪੰਗ ਹੈ। ਪੜ੍ਹਨ ਸੋਚਣ ਦੀ ਆਦਤ ਨਾ ਹੋਣ ਕਾਰਨ ਗੱਪਾਂ ਸਾਰੇ ਮਾਰਦੇ ਹਨ, ਪਰ ਸੰਬੋਧਨ ਕਰਕੇ 2 ਮਿੰਟ ਵਾਸਤੇ ਵੀ ਬੋਲਣਾ ਕਿਸੇ ਨੂੰ ਨਹੀਂ ਆਉਂਦਾ। ਇੱਕ ਦਾਵਤ ਵਿੱਚ ਸਭ ਤੋਂ ਸਿਆਣੇ ਸਮਝੇ ਜਾਂਦੇ ਵਿਅਕਤੀ ਨੂੰ ਦਾਵਤ ਮਗਰੋਂ ਮਹਿਮਾਨਾਂ ਦੇ ਧੰਨਵਾਦ ਵਿੱਚ 4 ਸ਼ਬਦ ਬੋਲਣ ਲਈ ਕਿਹਾ ਗਿਆ, ਪਰ ਉਹ ਇਤਨਾ ਘਬਰਾ ਗਿਆ ਕਿ ਉਸਨੇ ਆਪਣੀ ਕਮੀਜ਼ ਤੇ ਆਪ ਹੀ ਸਬਜ਼ੀ ਡੋਲ ਲਈ ਤੇ ਇਸ ਬਹਾਨੇ ਨਾਲ ਉੱਥੋਂ ਚਲਾ ਗਿਆ। ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ, ਉਹਨਾਂ ਨੂੰ ਸ਼ਰਮਸਾਰ ਹੋਣ ਜਾਂ ਕਰਨ ਦੀ ਲੋੜ ਨਹੀਂ। ਨਿਤਾ ਪ੍ਰਤੀ ਦੇ ਕੰਮ ਅਤੇ ਝੰਜਟ ਇਤਨੇ ਵੱਧ ਗਏ ਹਨ ਕਿ ਕਿਤਾਬਾਂ ਪੜ੍ਹਨ ਦਾ ਕਿਸੇ ਕੋਲ ਵਕਤ ਹੀ ਨਹੀਂ ਹੁੰਦਾ। ਹੁਣ ਵੇਖਣ ਸੁਣਨ ਵਾਲੇ ਹੀ ਮਿਲਣਗੇ, ਪੜ੍ਹਨ ਵਾਲਾ ਕੋਈ ਨਹੀਂ ਮਿਲੇਗਾ।
ਫਿਰ ਵੀ ਜੇ ਕੋਈ ਕਿਤਾਬਾਂ ਪੜ੍ਹਨ ਦਾ ਮਤਵਾਲਾ ਮਿਲੇ ਤਾਂ ਉਹ ਸੰਸਾਰ ਦਾ 8ਵਾਂ ਅਜੂਬਾ ਹੀ ਸਾਬਤ ਹੋਵੇਗਾ। ਸੋ ਦੋਸਤੋ, ਇਸ ਦੇ ਨਾਲ ਹੀ ਆਪਣਾ ਇਹ ਲੇਖ ਖਤਮ ਹੁੰਦਾ ਹੈ ਤੇ ਹੁਣ ਆਪਾਂ ਕਿਤਾਬਾਂ ਬਾਰੇ ਕੁਝ ਵਰਲਡ ਦੀਆਂ ਫੇਮਸ ਕਹਾਵਤਾਂ ਬਾਰੇ ਜਾਣਦੇ ਹਾਂ। ਚੀਨ ਦੀ ਇੱਕ ਕਹਾਵਤ ਹੈ ਕਿ ਕਿਤਾਬ ਨੂੰ ਖੋਲ੍ਹਣ ਨਾਲ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ। ਆਇਰਲੈਂਡ ਦੀ ਇੱਕ ਕਹਾਵਤ ਹੈ, ਅੰਨੇ ਲਈ ਕਿਤਾਬ ਦਾ ਕੋਈ ਮਤਲਬ ਨਹੀਂ ਹੁੰਦਾ। ਫਾਰਸੀ ਦੀ ਇੱਕ ਕਹਾਵਤ ਕਿ ਜਿਹੜਾ ਕਿਤਾਬ ਉਧਾਰ ਦੇਵੇ ਉਸ ਦਾ ਇੱਕ ਹੱਥ ਵੱਢ ਦੇਣਾ ਚਾਹੀਦਾ ਹੈ ਅਤੇ ਜਿਹੜਾ ਇਸ ਨੂੰ ਵਾਪਸ ਕਰ ਦੇਵੇ ਉਸ ਦੇ ਦੋਵੇਂ ਹੱਥ ਵੱਢ ਦੇਣੇ ਚਾਹੀਦੇ ਹਨ। ਫਿਰ ਉਸ ਤੋਂ ਅੱਗੇ ਮਾਰਕੋ ਦੀ ਕਹਾਵਤ ਆ ਜਾਂਦੀ ਆ ਕਿ ਕਿਤਾਬਾਂ ਪੜ੍ਹਨ ਨਾਲ ਤੁਹਾਡੇ ਦਿਲ ਦੇ ਕਈ ਦੁੱਖ ਦੂਰ ਹੋ ਜਾਂਦੇ ਹਨ। ਫਿਰ ਸਾਊਦੀ ਅਰਬ ਦੀ ਇੱਕ ਕਹਾਵਤ ਆ ਜਾਂਦੀ ਆ ਕਿ ਕਿਤਾਬ ਤਾਂ ਜੇਬ 'ਚ ਪਏ ਬਾਗ ਬਗੀਚੇ ਵਾਂਗ ਹੁੰਦੀ ਹੈ। ਫਿਰ ਆਈਸਲੈਂਡ ਦੀ ਇੱਕ ਕਹਾਵਤ ਆ ਕਿ ਕਿਤਾਬ ਵਿਹੂਣੇ ਹੋਣ ਨਾਲੋਂ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ। ਫਿਰ ਅੱਗੇ ਅਮਰੀਕਾ ਦੀ ਇੱਕ ਕਹਾਵਤ ਆ ਕਿ ਬਿਨਾਂ ਕਿਤਾਬਾਂ ਦੇ ਘਰ ਉਸ ਕਮਰੇ ਵਰਗਾ ਹੁੰਦਾ ਹੈ ਜਿਸ ਦੀ ਕੋਈ ਬਾਰੀ ਨਹੀਂ ਹੁੰਦੀ। ਫਿਰ ਅੱਗੇ ਹੰਗਰੀ ਦੀ ਕਹਾਵਤ ਹੈ ਇੱਕ ਕਿ ਕਿਤਾਬ ਖਾਮੋਸ਼ ਗੁਰੂ ਹੁੰਦੀ ਹੈ। ਅੱਗੇ ਫਿਰ ਇੱਕ ਚੀਨ ਦੀ ਕਹਾਵਤ ਆ ਕਿ ਕਿਤਾਬ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ। ਅਰਬ ਦੀ ਇੱਕ ਕਹਾਵਤ ਆ ਕਿ ਬੰਦ ਪਈ ਕਿਤਾਬ ਲੱਕੜ ਦੇ ਟੋਟੇ ਵਰਗੀ ਹੀ ਹੁੰਦੀ ਹੈ। ਫਿਰ ਅਮਰੀਕਾ ਦੀ ਇੱਕ ਕਹਾਵਤ ਆ ਕਿ ਜਿਲਦ ਦੇਖ ਕੇ ਕਿਤਾਬ ਦੀ ਪਰਖ ਨਹੀਂ ਕੀਤੀ ਜਾ ਸਕਦੀ। ਫਿਰ ਫਰਾਂਸ ਦੀ ਇੱਕ ਕਹਾਵਤ ਆ ਕਿ ਅੱਖਰ ਅੱਖਰ ਜੋੜ ਕੇ ਹੀ ਵੱਡੀ ਕਿਤਾਬ ਬਣਦੀ ਹੈ। ਸੋ ਦੋਸਤੋ, ਕਿਤਾਬਾਂ ਬਾਰੇ ਇਹ ਕੁਝ ਵਰਲਡ ਦੀਆਂ ਫੇਮਸ ਕਹਾਵਤਾਂ ਸਨ। ਸੋ ਆਪਾਂ ਅੱਗੇ ਵੀ ਟੌਪਿਕ ਦੇ ਨਾਲ ਸੰਬੰਧਿਤ ਜੋ ਵੀ ਕਹਾਵਤਾਂ ਹੋਣਗੀਆਂ ਉਹਨਾਂ ਬਾਰੇ ਆਪਾਂ ਜ਼ਰੂਰ ਹੁਣ ਜ਼ਿਕਰ ਕਰਿਆ ਕਰਾਂਗੇ। ਸੋ ਵੀਡੀਓ ਨੂੰ ਪੂਰਾ ਦੇਖਣ ਲਈ